हेलो गाइस, कैसे हो आप सभी। आई होप यू आर वेल। बढ़िया ही रहना। तो आज की जो हमारी वीडियो है वो है रिलेटेड सीसी असैसमेंट इन प्री प्राइमरी। आज ਦੀ ਵੀਡੀਓ ਵਿੱਚ ਆਪਾਂ ਕਰਾਂਗੇ ਜੀ ਪ੍ਰੀ ਪ੍ਰਾਇਮਰੀ ਵਿੱਚ ਲਾਈਕ ਜੋ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੀ ਅਸੈਸਮੈਂਟ ਕਿੱਦਾਂ ਕੀਤੀ ਜਾਂਦੀ ਆ, ਕਿੱਦਾਂ ਉਹਨਾਂ ਦੇ ਮਾਰਕਸ ਲਗਾਏ ਜਾਂਦੇ ਨੇ, ਉਹਦੀ ਡਿਟੇਲ ਅੱਜ ਆਪਾਂ ਫੁੱਲ ਇਸ ਵੀਡੀਓ ਦੇ ਥਰੂ ਕਰਾਂਗੇ ਜੀ। तो चलो स्टार्ट करते हैं। अगर तुम मेरे चैनल पर न्यू हो, मेरे चैनल को सबसक्राइब कर लो एंड वीडियोस को लाइक करा करो, क्योंकि इस चैनल पर तुहानू हर एंटिटी के रिलेटेड न्यू भी अपडेट होएगी, वो भी तुहानू मिलती रहेगी। एंड ऑल सिलेबस के अकॉर्डिंग ही मैं वीडियोस अपलोड कर रही हाँ। हुण तक मैंने F सैक्शन दी सारिया वीडियोस अपलोड करतियां ने। अगर तुम देखना चाहते हो तो तुम प्लेलिस्ट जाके प्लेलिस्ट के चैक कर सकते हो, उस F सैक्शन दी सो प्लेलिस्ट में जाके आप सारी वीडियोस चेकआउट कर सकते हो। तो चलिए स्टार्ट करते हैं आज की वीडियो। सबसे पहले हम रीड आउट करते हैं इंट्रोडक्शन, जिसको हम जान पहचान कहते हैं। जो CCE असेसमेंट है उसमें इंट्रोडक्शन क्या रहेगी आपकी। कहते निरंतर अते व्यापक आकलन CCE स्कूल आधारित आकलन की एक प्रणाली नाल संदर्भित है जो सिख्यार्थी के विकास के सारे पहलुओं को कवर करता है। सिख्यार्थी के विकास की यह रूपरेखा उसके सीखण के विषय वस्तु प्रतिक्रियावां, इसकी उपयोगितावां की प्रकृति ते सफलता ਅਤੇ ਵਿਵਹਾਰਿਕ ਨਤੀਜਿਆਂ ਤੇ ਆਕਲਨ ਦੇ ਵਿਆਪਕ ਸਾਧਨਾਂ ਰਾਹੀਂ ਸੰਪੂਰਨ ਵਿਕਾਸ ਦੇ ਮਾਪ ਦੀ ਬਦੌਲਤ ਨਿਰੰਤਰ ਆਕਲਨ ਦੁਆਰਾ ਆਸਾਨ ਬਣਾਇਆ ਜਾਂਦਾ ਹੈ। ਮਤਲਬ ਕਿ ਜੋ ਵੀ ਆਪਾਂ CCE ਅਸੈਸਮੈਂਟ ਕਰਦੇ ਨੇ, ਟੀਚਰਸ ਕਰਦੇ ਨੇ, ਉਹ ਬੱਚਿਆਂ ਦੀ ਪਰਫਾਰਮੈਂਸ ਦੇ ਅਕੋਰਡਿੰਗ ਹੀ ਕਰਦੇ ਨੇ। ਕਹਿੰਦੇ ਸ਼ਬਦ ਨਿਰੰਤਰ ਦਾ ਅਰਥ ਮਤਲਬ ਕੋਈ ਕੰਟੀਨਿਊ ਚੀਜ਼ ਚੱਲਣੀ, ਠੀਕ ਹੈ ਜੀ, ਕਿ ਸਿਖਿਆਰਥੀਆਂ ਦੇ ਵਾਧੇ ਅਤੇ ਵਿਕਾਸ ਦੇ ਵਿਭਿੰਨ ਪਹਿਲੂਆਂ ਦਾ ਮੁਲਾਂਕਣ ਕੁੱਲ ਅਧਿਆਪਨ ਸਿੱਖਣ ਪ੍ਰਕਿਰਿਆ ਵਿੱਚ ਬਣਾਇਆ ਗਿਆ ਹੈ ਅਤੇ ਅਕਾਦਮਿਕ ਸੈਸ਼ਨ ਦੇ ਪੂਰੇ ਸਮੇਂ ਵਿੱਚ ਫੈਲਿਆ ਹੋਇਆ ਹੈ। ਇਸ ਦਾ ਅਰਥ ਹੈ ਕਿ ਹਰ ਵਿਦਿਆਰਥੀ ਦਾ ਨਿਯਮਤ ਆਕਲਨ ਇਹ ਇੱਕ ਸਮਾਗਮ ਨਾਲੋਂ ਵਧੇਰੇ ਪ੍ਰਕਿਰਿਆ ਹੈ। ਅਜਿਹਾ ਆਕਲਨ ਸਿੱਖਣ ਦੇ ਅੰਤਰਾਂ ਦੀ ਪਹਿਚਾਣ ਕਰਨ ਅਤੇ ਉਪਚਾਰਤਮਿਕ ਉਪਾਵਾਂ ਰਾਹੀਂ ਰਾਹ ਪੱਧਰਾ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਪੂਰੇ ਫੁੱਲ ਈਅਰ ਦੇ ਵਿੱਚ ਜਿਹੜਾ ਸਟੂਡੈਂਟ ਬੱਚਾ ਉਹ ਪੜ੍ਹਦਾ ਵਾ, ਪੜ੍ਹਨ ਤੋਂ ਬਾਅਦ ਸੋ ਪੂਰੇ ਈਅਰ ਦੇ ਵਿੱਚ ਬੱਚਾ ਜੋ ਪੜ੍ਹਦਾ ਉਸ ਤੋਂ ਬਾਅਦ ਉਹਦੀ ਟਾਈਮ ਟੂ ਟਾਈਮ ਉਹਦੀ ਕੀ ਹੁੰਦੀ ਹੈ, ਅਸੈਸਮੈਂਟ ਹੁੰਦੀ ਹੈ, ਜਿਹਦੇ ਵਿੱਚ ਉਹਦੀ ਪ੍ਰੋਗਰੈਸ ਦਾ ਪਤਾ ਚੱਲਦਾ, ਉਹ ਪ੍ਰੋਗਰੈਸ ਕਰ ਰਿਹਾ ਕਿ ਨਹੀਂ ਕਰ ਰਿਹਾ, ਕਿਸ ਸਟੇ ਆ, ਹਰ ਇੱਕ ਮੂਵਮੈਂਟ ਦੇ ਉੱਤੇ ਉਹਦੀ ਕੀ ਕੀਤੀ ਜਾਂਦੀ ਹੈ, ਨੋਟ ਡਾਊਨ ਕੀਤੀ ਜਾਂਦੀ ਹੈ ਵੀ ਉਹ ਕੀ ਚੀਜ਼ ਕਰ ਰਿਹਾ ਬੱਚਾ। ਦੂਜਾ ਸ਼ਬਦ ਵਿਆਪਕ ਇਸ ਤੱਥ ਨੂੰ ਮੰਨਦਾ ਹੈ ਕਿ ਸਿੱਖਣਾ ਉਪਚਾਰਿਕ ਅਤੇ ਅਣਉਪਚਾਰਿਕ ਦੋਵੇਂ ਹੋ ਸਕਦਾ ਹੈ। ਇਹ ਗਤੀਵਿਧੀਆਂ ਦੇ ਲਈ ਪਹਿਲੂ ਰਾਹੀਂ ਹੋ ਸਕਦਾ ਹੈ ਅਤੇ ਇਸ ਲਈ ਸਿਖਿਆਰਥੀਆਂ ਦੇ ਸਿੱਖਣ ਦੀ ਰੂਪਰੇਖਾ ਨੂੰ ਰਸਮੀ ਅਤੇ ਗੈਰ ਰਸਮੀ ਦੋਵਾਂ ਨੂੰ ਸਿੱਖਣ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਆਕਲਨ ਕਰਨ ਦੀ ਜ਼ਰੂਰਤ ਹੈ। ਕੁਝ ਬੱਚੇ ਤਾਂ ਐਕਟੀਵਿਟੀਜ਼ 'ਚ ਵਧੀਆ ਹੁੰਦੇ ਨੇ, ਕੁਝ ਬੱਚੇ ਥਿਊਰੀ ਵਰਕ 'ਚ ਵਧੀਆ ਹੁੰਦੇ ਨੇ। ਇਸ ਤਰ੍ਹਾਂ ਇਹ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੁਆਰਾ ਸਿੱਖਣ ਦੇ ਪ੍ਰਗਟਾਵੇ ਦੀ ਪੁਸ਼ਟੀ ਕਰਦਾ ਹੈ। ਇਸ ਲਈ ਕਈ ਸਾਧਨਾਂ ਦੁਆਰਾ ਉਹਨਾਂ ਦਾ ਆਕਲਨ ਸੰਖੇਪ ਵਿੱਚ ਇਸ ਦਾ ਉਦੇਸ਼ ਹਰੇਕ ਵਿਦਿਆਰਥੀ ਦੇ ਸਿੱਖਣ ਦੇ ਪੂਰੇ ਨਕਸ਼ੇ ਦੀ ਪੜਚੋਲ ਕਰਨਾ ਹੈ। ਲਾਸਟ ਦੇ ਵਿੱਚ ਹੁਣ ਪੂਰਾ ਕਨਕਲੂਜਨ ਕੀ ਨਿਕਲਦਾ, ਜੋ ਵੀ ਆਪਾਂ ਇੰਟਰੋਡਕਸ਼ਨ ਪੜ੍ਹੀ ਆ ਉਹਦੇ ਵਿੱਚ ਇਹਦਾ ਮਤਲਬ ਇਹੀ ਆ ਵੀ ਪੂਰੇ ਈਅਰ ਦੇ ਵਿੱਚ ਬੱਚੇ ਜੋ ਵੀ ਕਰਦੇ ਨੇ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਨੂੰ ਰੈਡੀ ਕਰਨਾ। ਪ੍ਰੋਗਰੈਸ ਰਿਪੋਰਟ ਰੈਡੀ ਕਰਨ ਤੋਂ ਬਾਅਦ ਦੇਖਣਾ ਵੀ ਉਹ ਪ੍ਰੋਗਰੈਸ ਵੱਲ ਨੂੰ ਜਾ ਰਹੇ ਨੇ ਜਾਂ ਫਿਰ ਡਿਕਲਾਈਨ ਹੋ ਰਹੇ ਨੇ, ਕਿ ਘੱਟ ਰਹੇ ਨੇ ਆਪਣੇ ਕੋਲ ਜਾਂ ਫਿਰ ਸਟੇ ਨੇ। ਤਾਂ ਹਰ ਇੱਕ ਦੀ ਕੀ ਹੋ ਜਾਂਦੀ ਹੈ, ਪੜਚੋਲ ਹੋ ਜਾਂਦੀ ਹੈ, ਪੜਤਾਲ ਹੋ ਜਾਂਦੀ ਹੈ, ਬੱਚਾ ਕਿੱਥੇ ਤੱਕ ਕੀ ਆ ਤੁਹਾਡਾ ਸਟੇ ਆ। ਤਾਂ ਉਹ ਇਟ ਮੀਨਸ ਕੀ ਆ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਹੀ ਕੀ ਕੀਤਾ ਜਾਂਦਾ ਹੈ, ਕਾਊਂਟ ਕੀਤਾ ਜਾਂਦਾ। ਲਾਸਟ ਲਾਈਨ ਦੇ ਵਿੱਚ ਹੀ ਉਹਨਾਂ ਨੇ ਪ੍ਰੋਪਰ ਵੇ ਦੇ ਨਾਲ ਦੱਸਤਾ ਸਾਨੂੰ। ਕਹਿੰਦੇ ਸੰਖੇਪ ਵਿੱਚ ਇਸ ਦਾ ਉਦੇਸ਼ ਹਰੇਕ ਵਿਦਿਆਰਥੀ ਦੇ ਸਿੱਖਣ ਦੇ ਪੂਰੇ ਨਕਸ਼ੇ ਦੀ ਪੜਚੋਲ ਕਰਨਾ। ਕੀ ਚੀਜ਼ ਉਹਨੇ ਸਿੱਖੀ ਆ, ਕੀ ਚੀਜ਼ ਉਹਨੇ ਲਰਨ ਕੀਤੀ ਆ, ਉਹ ਹਰ ਇੱਕ ਚੀਜ਼ ਕੀ ਆ ਨੋਟ ਡਾਊਨ ਕੀਤੀ ਜਾਂਦੀ ਆ ਅਤੇ ਸ਼ੋ ਆਊਟ ਕੀਤੀ ਜਾਂਦੀ ਆ। ਹਾਂਜੀ, ਹੁਣ ਇਹਦੇ ਓਬਜੈਕਟਸ ਕੀ ਨੇ, ਉਦੇਸ਼ ਕੀ ਨੇ ਇਹਦੇ। ਕਹਿੰਦੇ ਸੰਗਿਆਤਮਿਕ, ਮਨੋ ਪ੍ਰੇਰਿਕ ਅਤੇ ਭਾਵਨਾਤਮਕ ਹੁਨਰਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰਦਾ। ਚਿੰਤਨ ਪ੍ਰਕਿਰਿਆ 'ਤੇ ਜ਼ੋਰ ਦੇਣਾ ਅਤੇ ਰੱਟਾ ਲਾਉਣ 'ਤੇ ਜ਼ੋਰ ਨਾ ਦੇਣਾ। ਮਤਲਬ ਕਿ ਜੋ ਵੀ ਚੀਜ਼ ਆਪਾਂ ਉਹਨਾਂ ਨੂੰ ਕਰਾਉਂਦੇ ਹਾਂ ਉਹਨਾਂ ਨੂੰ ਸਮਝਣੀ, ਨਾਟ ਆ ਰੱਟਾ ਲਾ ਕੇ ਕੋਈ ਵੀ ਚੀਜ਼ ਤੁਸੀਂ ਇੱਕ ਦਿਨ ਲਈ ਯਾਦ ਰੱਖ ਸਕਦੇ ਹੋ, 2 ਦਿਨ ਦੀ ਲਈ ਰੱਖ ਸਕਦੇ ਹੋ, ਪਰ ਲੌਂਗ ਟਾਈਮ ਦੇ ਲਈ ਉਹ ਚੀਜ਼ ਤੁਹਾਡੀ ਯਾਦ ਨਹੀਂ ਰਹੇਗੀ। ਅਗਰ ਤੁਸੀਂ ਕੰਸੈਪਟ ਕਲੀਅਰ ਕੀਤਾ ਹੋਇਆ, ਤੁਹਾਨੂੰ ਪਤਾ ਉਸ ਬਾਰੇ, ਤਾਂ ਲੌਂਗ ਟਾਈਮ ਵਾਸਤੇ ਤੁਸੀਂ ਉਹਨੂੰ ਯਾਦ ਰੱਖ ਸਕਦੇ ਹੋ। ਮੁਲਾਂਕਣ ਨੂੰ ਅਧਿਆਪਨ ਸਿੱਖਣ ਪ੍ਰਕਿਰਿਆ ਦਾ ਇੱਕ ਅਨਿੱਖੜਵਾਂ ਅੰਗ ਬਣਾਉਣਾ। ਵਿਦਿਆਰਥੀਆਂ ਦੀ ਪ੍ਰਾਪਤੀ ਅਤੇ ਅਧਿਆਪਨ ਸਿੱਖਣ ਦੀਆਂ ਰਣਨੀਤੀਆਂ ਦੇ ਸੁਧਾਰ ਲਈ ਮੁਲਾਂਕਣ ਦੀ ਵਰਤੋਂ ਨਿਯਮਤ ਪਛਾਣ ਦੇ ਆਧਾਰ 'ਤੇ ਕਰਨ ਤੋਂ ਬਾਅਦ ਉਪਚਾਰਤਮਿਕ ਨਿਰਦੇਸ਼ਾਂ ਨੂੰ ਲਾਗੂ ਕਰਨਾ। ਜਿਹੜੇ ਅਲੱਗ-ਅਲੱਗ ਡਾਇਰੈਕਸ਼ਨਸ ਨੇ ਉਹਨਾਂ ਨੂੰ ਲਾਗੂ ਕਰਦੇ ਨੇ। ਪ੍ਰਦਰਸ਼ਨ ਦੇ ਲੋੜੀਂਦੇ ਮਾਨਕ ਨੂੰ ਬਣਾਈ ਰੱਖਣ ਲਈ ਗੁਣਵੱਤਾ ਨਿਯੰਤਰਣ ਉਪਕਰਨ ਵਜੋਂ ਮੁਲਾਂਕਣ ਦੀ ਵਰਤੋਂ ਕਰਨਾ। ਕਿਸੇ ਪ੍ਰੋਗਰਾਮ ਦੀ ਸਮਾਜਿਕ ਉਪਯੋਗਤਾ, ਇੱਛਾ ਸ਼ਕਤੀ ਜਾਂ ਫਿਰ ਪ੍ਰਭਾਵਸ਼ੀਲਤਾ ਨਿਰਧਾਰਨ ਕਰਨ ਅਤੇ ਸਿਖਿਆਰਥੀ ਸਿੱਖਣ ਦੀ ਪ੍ਰਕਿਰਿਆ ਅਤੇ ਸਿੱਖਣ ਦੇ ਵਾਤਾਵਰਨ ਬਾਰੇ ਢੁਕਵੇਂ ਫੈਸਲੇ ਕਰਨਾ। ਜੋ ਵੀ ਚੀਜ਼ ਉਹ ਲਰਨ ਕਰ ਰਹੇ ਨੇ ਉਹਦੇ ਐਟਮੋਸਫੀਅਰ ਦੇ ਰਿਲੇਟਡ। ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਸਿਖਿਆਰਥੀ ਕੇਂਦਰਿਤ ਗਤੀਵਿਧੀ ਬਣਾਉਣਾ, ਮਤਲਬ ਐਕਟੀਵਿਟੀਜ਼ 'ਚ ਤਬਦੀਲ ਕਰਨਾ। CCE ਦੀਆਂ ਵਿਸ਼ੇਸ਼ਤਾਵਾਂ। ਹੁਣ CCE ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਕੀ ਨੇ
ਉਹ ਆਪਾਂ ਰੀਡ ਆਊਟ ਕਰਦੇ ਹਾਂ ਜੀ। ਕਹਿੰਦੇ CCE ਵਿੱਚ ਕਈ ਤਰ੍ਹਾਂ ਦੇ ਸਾਧਨਾਂ ਅਤੇ ਤਕਨੀਕਾਂ ਦੁਆਰਾ ਨਿਰੰਤਰ ਅਤੇ ਵਿਆਪਕ ਤੌਰ 'ਤੇ ਆਕਲਨ ਦੀ ਪ੍ਰਕਿਰਿਆ ਸ਼ਾਮਲ ਹੁੰਦੀ ਆ। ਮਤਲਬ ਜਿਵੇਂ ਆਪਾਂ ਕਹਿੰਦੇ ਨਾ ਮੌਕ 20 ਨੰਬਰ ਦੇ ਟੈਸਟ ਹੋ ਗਏ, 30 ਨੰਬਰ ਦੇ ਟੈਸਟ ਹੋ ਗਏ, ਉਸ ਤੋਂ ਬਾਅਦ ਸਤੰਬਰ ਟੈਸਟ ਹੁੰਦੇ ਨੇ ਬੱਚਿਆਂ ਦੇ, ਠੀਕ ਹੈ ਜੀ। ਤਾਂ ਉਹ CCE ਅਸੈਸਮੈਂਟਸ ਲੱਗਦੀਆਂ ਨੇ, ਬੱਚਿਆਂ ਦੀ ਪਰਫੋਰਮੈਂਸ ਚੈੱਕ ਕੀਤੀ ਜਾਂਦੀ ਆ ਵੀ ਉਹਨਾਂ ਨੇ ਆਪਣੇ ਕੋਲ ਟੈਸਟ ਦੇ ਵਿੱਚ ਕੀ ਪਰਫੋਰਮੈਂਸ ਕੀਤੀ ਆ, ਜੋ ਉਹਨਾਂ ਨੂੰ ਅਸਾਈਨਮੈਂਟ ਦਿੱਤੀਆਂ ਨੇ ਬਣਾਉਣ ਵਾਸਤੇ ਉਹਦੇ ਵਿੱਚ ਉਹਨਾਂ ਨੇ ਕੀ ਪਰਫੋਰਮੈਂਸ ਕੀਤੀ ਆ, ਉਹਨਾਂ ਦੀ ਡਰਾਇੰਗ ਕਿੱਦਾਂ ਦੀ ਆ, ਠੀਕ ਹੈ ਜੀ, ਜਾਂ ਉਹਨਾਂ ਦਾ ਔਰਲ ਵਰਕ ਕਿੱਦਾਂ ਦਾ। ਉਹ ਹਰ ਇੱਕ ਦੇ ਵਿੱਚੋਂ ਕੀ ਕਰਦੇ ਨੇ, ਤੁਹਾਡੇ ਮਾਰਕਸ ਇਨਕਲੂਡ ਕਰਦੇ ਨੇ, ਮਾਰਕਸ ਚੈੱਕ ਕਰਦੇ ਨੇ ਵੀ ਕਿਹਦੇ ਵਿੱਚ ਕਿੰਨੀ ਪ੍ਰੋਗਰੈਸ ਬੱਚੇ ਦੀ ਜਾ ਰਹੀ ਆ। ਇਹ ਵਿਆਪਕ ਆਧਾਰ ਵਾਲੀ ਹੈ ਅਤੇ ਸਿਖਿਆਰਥੀ ਦੇ ਵਾਧੇ ਅਤੇ ਵਿਕਾਸ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਦਾ। ਇਹ ਗੈਰ ਚੁਣੌਤੀਪੂਰਨ ਹੈ ਅਤੇ ਪਾਠਕ੍ਰਮ ਵਿਸ਼ਾ ਵਸਤੂ ਦੇ ਸਾਰਥਿਕ ਛੋਟੇ ਹਿੱਸਿਆਂ ਦਾ ਆਕਲਨ ਕਰਕੇ ਸਿਖਿਆਰਥੀ ਦੇ ਤਣਾਅ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਦਾ। ਮਤਲਬ ਕਿ ਉਹਨੂੰ ਟੈਨਸ਼ਨ ਨਹੀਂ ਹੁੰਦੀ, ਉਹਦਾ ਜਿਹੜਾ ਸਿਲੇਬਸ ਆ ਡਿਵਾਈਡ ਹੋ ਜਾਂਦਾ। 2 ਚੈਪਟਰ ਬੱਚੇ ਨੂੰ ਕਰਨੇ ਈਜ਼ੀ ਨੇ ਐਜ਼ ਕੰਪੇਅਰ ਟੂ 10 ਚੈਪਟਰ ਕਰਨੇ, ਸੋ ਡੈਟ ਜੋ ਵੀ ਉਹਦਾ ਤਣਾਅ ਵਗੈਰਾ ਹੁੰਦਾ ਉਹਨੂੰ ਵੀ ਕੀ ਕਰਦਾ ਹੈ, ਘਟਾਉਂਦਾ ਵਾ। CCE ਦਾ ਵਿਦਿਅਕ ਹਿੱਸਾ ਸਾਰੇ ਅਕਾਦਮਿਕ ਵਿਸ਼ਿਆਂ ਦੇ ਮੁਲਾਂਕਣ ਦੀ ਧਾਰਨਾ ਬਣਾਉਂਦਾ ਹੈ ਜੋ ਕਿ ਸਿੱਖਣ ਪ੍ਰਕਿਰਿਆ ਦੀ ਸਮੁੱਚੀ ਮਿਆਦ ਦੇ ਪੂਰੇ ਸਮੇਂ ਤੱਕ ਫੈਲੀ ਹੁੰਦੀ ਹੈ। ਆਪਣੇ ਆਕਲਨ ਦੇ ਦਾਇਰੇ ਵਿੱਚ ਇਹ ਸਰੀਰਕ ਸਿੱਖਿਆ ਨੂੰ ਵੀ ਸ਼ਾਮਲ ਹੈ। CCE ਰਚਨਾਤਮਕ ਆਕਲਨ ਅਤੇ ਸਾਰਗ੍ਰਾਹੀ ਆਕਲਨ ਦੁਆਰਾ ਕੀਤਾ ਜਾਂਦਾ ਹੈ। FA ਇੱਕ ਮਾਪਦੰਡ ਆਧਾਰਿਤ ਨਿਰਧਾਰਨ ਅਤੇ ਉਪਚਾਰਕ ਹੈ। ਇਹਦੇ ਵਿੱਚ ਦੱਸੀਆਂ ਹੋਈਆਂ ਨੇ ਵੀ ਕੌਣ ਕੌਣ ਇਹਨੂੰ ਲਾਗੂ ਕਰਦਾ, ਬਟ ਮੇਨ ਚੀਜ਼ ਇਹਦੇ ਵਿੱਚ ਇਹੀ ਸੀ CCE ਦੇ ਵਿਸ਼ੇਸ਼ਤਾਵਾਂ ਵੀ ਬੱਚੇ ਦਾ ਜਿਹੜਾ ਬਰਡਨ ਆ ਉਹ ਘੱਟ ਜਾਂਦਾ। ਦੂਸਰੇ ਨੰਬਰ 'ਤੇ ਕੀ ਨੇ, ਉਹਦੇ ਹਰ ਇੱਕ ਪਹਿਲੂ 'ਤੇ ਕੀ ਰੱਖੀ ਜਾਂਦੀ ਆ, ਨਿਗਾਹ ਰੱਖੀ ਜਾਂਦੀ ਹੈ ਵੀ ਉਹ ਕੀ ਪ੍ਰੋਗਰੈਸ ਕਰ ਰਿਹਾ ਆਪਣੇ ਕੋਲੇ। ਉਸ ਤੋਂ ਬਾਅਦ ਹੈਗਾ ਜੀ ਕਾਰਜ ਕੰਮ। ਹੁਣ ਇਹ 'ਚ ਕੰਮ ਕਿਹੜੇ ਕਿਹੜੇ ਹੁੰਦੇ ਨੇ CCE ਅਸੈਸਮੈਂਟ ਦੇ ਵਿੱਚ। ਕਹਿੰਦੇ ਇੱਕ ਅਧਿਆਪਕ, ਇਹ ਅਧਿਆਪਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਧਿਆਪਨ ਰਣਨੀਤੀਆਂ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਕਰਦਾ। ਨਿਰੰਤਰ ਮੁਲਾਂਕਣ ਸਿਖਿਆਰਥੀ ਪ੍ਰਗਤੀ ਦੀ ਡਿਗਰੀ ਅਤੇ ਮਾਤਰਾ ਤੱਕ ਨਿਯਮਿਤ ਆਕਲਨ ਵਿੱਚ ਸਹਾਇਤਾ ਕਰਦਾ। ਜਦੋਂ ਤੱਕ ਉਹਨੇ ਆਪਣੀ ਡਿਗਰੀ ਕੰਪਲੀਟ ਕਰਨੀ ਆ, ਮਤਲਬ ਆਪਣੀ ਕਲਾਸ ਕੰਪਲੀਟ ਕਰਨੀ ਆ, ਉਸ ਟਾਈਮ ਤੱਕ ਉਹ ਸਾਰੇ ਕੀ ਕਰਦੇ ਨੇ, ਨਿਰੰਤਰ ਮੁਲਾਂਕਣ ਕਰਦੇ ਨੇ। ਮਤਲਬ ਕਿ ਹਰ ਇੱਕ ਚੀਜ਼ ਨੂੰ ਨੋਟ ਡਾਊਨ ਕਰਦੇ ਨੇ, ਬੱਚੇ ਨੇ ਕਿੱਥੇ ਪ੍ਰੋਗਰੈਸ ਕੀਤੀ ਹੈ, ਬੱਚੇ ਕਿੱਥੇ ਡਾਊਨ ਜਾ ਰਿਹਾ, ਕਿਸ ਸਬਜੈਕਟ ਦੇ ਵਿੱਚੋਂ ਜ਼ਿਆਦਾ ਵਧੀਆ ਜਾ ਰਿਹਾ, ਕਿਸ ਸਬਜੈਕਟ ਦੇ ਵਿੱਚੋਂ ਘੱਟ ਵਧੀਆ ਜਾ ਰਿਹਾ, ਉਹ ਹਰ ਇੱਕ ਚੀਜ਼ ਕੀਤੀ ਹੈ, ਨੋਟ ਕੀਤੀ ਜਾਂਦੀ ਆ। ਨਿਰੰਤਰ ਆਕਲਨ ਕਮਜ਼ੋਰੀਆਂ ਦਾ ਨਿਦਾਨ ਕਰਨ ਲਈ ਕੰਮ ਕਰਦਾ ਹੈ ਅਤੇ ਅਧਿਆਪਕ ਨੂੰ ਇੱਕ ਵਿਅਕਤੀਗਤ ਸਿਖਿਆਰਥੀ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਅਤੇ ਉਸ ਦੀਆਂ ਜ਼ਰੂਰਤਾਂ ਦਾ ਪਤਾ ਲਗਾਉਣ ਦੀ ਆਗਿਆ ਦਿੰਦਾ ਹੈ। ਸੇਮ ਚੀਜ਼ ਇੱਕ ਟੀਚਰਸ ਨੂੰ ਪਤਾ ਹੁੰਦਾ ਬੱਚਿਆਂ ਦੀ ਕੀ ਵੀਕ ਪੁਆਇੰਟ ਨੇ, ਕੀ ਉਹਦੇ ਸਟਰੈਂਥ ਪੁਆਇੰਟ ਨੇ, ਠੀਕ ਹੈ ਜੀ। ਤਾਂ ਜਿਵੇਂ ਮਤਲਬ ਜਿਹੜੇ ਸਬਜੈਕਟ ਦੇ ਵਿੱਚੋਂ ਵਧੀਆ ਪੜ੍ਹ ਰਿਹਾ ਤਾਂ ਉਹ ਕੀ ਉਹਦੇ ਸਟਰੈਂਥ ਵਾਲੇ ਹੋ ਗਏ, ਜਿਹੜੇ 'ਚੋਂ ਵੀਕ ਹੈ ਤਾਂ ਉਹ ਕੀ ਉਹਦੇ ਵੀਕ ਪੁਆਇੰਟ ਹੋ ਗਏ। ਤਾਂ ਉਹੀ ਚੀਜ਼ ਟੀਚਰਸ ਨੂੰ ਕਲੀਅਰ ਹੁੰਦੀ ਹੈ ਅਤੇ ਟੀਚਰਸ ਉਹਨਾਂ ਨੂੰ ਉੱਥੇ ਹੀ ਜ਼ਿਆਦਾ ਕੀ ਆ, ਹਾਰਡ ਵਰਕ ਕਰਵਾਉਂਦਾ ਜਿੱਥੇ ਕੀ ਕਰਦੇ ਨੇ, ਉਹ ਵੀਕ ਸ਼ੋ ਹੋ ਰਹੇ ਹੁੰਦੇ ਨੇ। ਨਿਰੰਤਰ ਮੁਲਾਂਕਣ ਦੁਆਰਾ ਬੱਚੇ ਆਪਣੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਜਾਣ ਸਕਦੇ ਹਨ। ਬੱਚਿਆਂ ਨੂੰ ਵੀ ਐਨਾਲਾਈਜ਼ ਹੁੰਦਾ ਵੀ ਉਹ ਕਿਹੜੇ ਸਬਜੈਕਟ 'ਚੋਂ ਵੀਕ ਨੇ ਜਾਂ ਕਿਹੜੇ ਵਿੱਚੋਂ ਸਟਰੈਂਥ ਹੈ ਤਾਂ ਉਹਨਾਂ ਦੀ ਵਧੀਆ ਚੀਜ਼ ਹੈ, ਠੀਕ ਹੈ, ਜਾਂ ਕੀ 'ਚੋਂ ਫੁੱਲ ਨੰਬਰ ਲੈ ਸਕਦੇ ਨੇ। ਤਾਂ ਇਹਨਾਂ ਤਰੀਕਿਆਂ ਦੇ ਨਾਲ ਉਹ ਵੀ ਕੀ ਕਰ ਸਕਦੇ ਨੇ, ਆਪਣੇ ਆਪ ਨੂੰ ਇੰਪਰੂਵਮੈਂਟ ਕਰ ਸਕਦੇ ਨੇ। ਨਿਰੰਤਰ ਅਤੇ ਵਿਆਪਕ ਮੁਲਾਂਕਣ ਝੁਕਾਅ ਅਤੇ ਰੁਚੀ ਦੇ ਖੇਤਰਾਂ ਦੀ ਪਛਾਣ ਕਰਦਾ ਹੈ। ਇਹ ਵਿਵਹਾਰਾਂ ਅਤੇ ਕਦਰ ਪ੍ਰਣਾਲੀਆਂ ਵਿੱਚ ਤਬਦੀਲੀਆਂ ਦੀ ਪਛਾਣ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਇਹ ਵਿਦਿਅਕ ਅਤੇ ਸਹਾਇ ਵਿਦਿਅਕ ਖੇਤਰਾਂ ਵਿੱਚ ਵਿਦਿਆਰਥੀਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਰਿਪੋਰਟਾਂ ਪ੍ਰਦਾਨ ਕਰਦਾ ਹੈ ਅਤੇ ਇਸ ਤਰ੍ਹਾਂ ਸਿਖਿਆਰਥੀ ਦੀ ਭਵਿੱਖ ਦੀ ਸਫਲਤਾ ਦਾ ਅਨੁਮਾਨ ਲਗਾਉਣ ਵਿੱਚ ਵੀ ਸਹਾਇਤਾ ਕਰਦਾ। ਮਤਲਬ ਕਿ ਉਹਦੀ ਫਿਊਚਰ ਪਲੈਨਿੰਗ ਵੀ ਦੇਖੀ ਜਾ ਸਕਦੀ ਹੈ ਵੀ ਉਹ ਵਧੀਆ ਰਹੇਗਾ ਜਾਂ ਫਿਰ ਡਾਊਨ ਜਾਏਗਾ। ਉਸ ਤੋਂ ਬਾਅਦ ਹੈਗਾ ਜੀ ਵਿਦਿਅਕ ਆਕਲਨ। ਵਿਦਿਅਕ ਆਕਲਨ ਦੇ ਵਿੱਚ ਕੀ ਪੁਆਇੰਟ ਆਉਂਦਾ ਆਪਣਾ, ਕਹਿੰਦੇ ਸਿਖਿਆਰਥੀ ਦੇ ਗਿਆਨ, ਸਮਝ, ਕਾਰਜ, ਮੁਲਾਂਕਣ, ਵਿਸ਼ਲੇਸ਼ਣ ਅਤੇ ਕਿਸੇ ਅਣਜਾਣ ਸਥਿਤੀ ਵਿੱਚ ਇਸ ਨੂੰ ਲਾਗੂ ਕਰਨ ਦੀ ਯੋਗਤਾ ਨਾਲ ਸੰਬੰਧਿਤ ਲੋੜੀਂਦਾ ਵਿਵਹਾਰ। ਅਧਿਆਪਨ ਸਿੱਖਣ ਪ੍ਰਕਿਰਿਆ ਵਿੱਚ ਸੁਧਾਰ ਲਿਆਉਣਾ। ਜੋ ਅਧਿਆਪਨ ਸਿੱਖਣ ਪ੍ਰਕਿਰਿਆ ਵਾ ਉਹਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ। ਅੱਗੇ ਹੈਗਾ ਜੀ ਆਪਣੇ ਕੋਲ 2 ਟਾਈਪਸ ਨੇ ਦੀਆਂ। ਕਹਿੰਦੇ ਜਿਹੜਾ ਆਕਲਨ ਆ ਜੋ ਵੀ ਆਪਣੇ ਕੋਲੇ, ਠੀਕ ਹੈ, ਮੁਲਾਂਕਣ ਕੀਤਾ ਜਾਂਦਾ ਉਹਨਾਂ ਦਾ, ਉਹ ਰਚਨਾਕਾਰੀ ਅਤੇ ਸਾਰਗ੍ਰਾਹੀ ਦੋਵੇਂ ਹੋਣਾ ਚਾਹੀਦਾ। ਮਤਲਬ ਰਚਨਾਕਾਰੀ ਵੀ ਹੋਣਾ ਚਾਹੀਦਾ ਅਤੇ ਸਾਰਗ੍ਰਾਹੀ ਵੀ ਹੋਣਾ ਚਾਹੀਦਾ। ਹੁਣ ਇਸ ਤੋਂ ਅੱਗੇ ਆਪਾਂ ਇਹ ਰੀਡ ਆਊਟ ਕਰਾਂਗੇ ਜੀ ਰਚਨਾਕਾਰੀ ਆਕਲਨ। ਰਚਨਾਕਾਰੀ ਆਕਲਨ ਕਿਹੜਾ ਹੁੰਦਾ, ਕਹਿੰਦੇ ਇਹ ਇੱਕ ਅਜਿਹਾ ਸਾਧਨ ਹੈ ਜੋ ਅਧਿਆਪਕ ਦੁਆਰਾ ਗੈਰ ਚੁਣੌਤੀਪੂਰਨ ਸਹਾਇਤਾ ਵਾਲੇ ਵਾਤਾਵਰਣ ਵਿੱਚ ਵਿਦਿਆਰਥੀਆਂ ਦੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਕਰਨ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਨਿਯਮਿਤ ਰੂਪ ਵਿੱਚ ਵਰਣਨਯੋਗ ਫੀਡਬੈਕ ਸ਼ਾਮਲ ਹੁੰਦਾ। ਫੀਡਬੈਕ ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਹੁੰਦਾ, ਜਦੋਂ ਮਤਲਬ ਕੋਈ ਵੀ ਤੁਸੀਂ ਚੀਜ਼ ਕਰਦੇ ਹੋ ਤਾਂ ਓਬਵੀਅਸਲੀ ਤੁਹਾਨੂੰ ਫੀਡਬੈਕ ਮਿਲਦੀ ਹੈ ਵੀ ਤੁਸੀਂ ਪ੍ਰੋਗਰੈਸ ਵਧੀਆ ਕੀਤੀ ਹੈ, ਤੁਹਾਡਾ ਕੰਮ ਵਧੀਆ ਹੋਇਆ। ਤਾਂ ਜਿਸ ਤਰ੍ਹਾਂ ਹੁਣ ਟੀਚਰਸ ਨੇ, ਟੀਚਰਸ ਬੱਚਿਆਂ ਲਈ ਕੀ ਫੀਡਬੈਕ ਦਿੰਦੇ ਨੇ, ਅਗਰ ਉਹਨਾਂ ਨੇ ਬਹੁਤ ਵਧੀਆ ਕੀਤਾ ਵੈਰੀ ਗੁੱਡ
ਗੁੱਡ ਮਿਲ ਜਾਂਦੀ ਆ, ਉਹਨਾਂ ਨੂੰ ਐਕਸਲੈਂਟ ਮਿਲ ਜਾਂਦਾ, ਆਊਟਸਟੈਂਡਿੰਗ ਮਿਲਦੀ ਆ। ਅਗਰ ਉਹਨਾਂ ਨੇ ਥੋੜ੍ਹੀਆਂ ਮਿਸਟੇਕ ਨੇ ਉਹਨਾਂ ਨੂੰ ਗੁੱਡ ਮਿਲ ਜਾਂਦੀ ਆ। ਅਗਰ ਫਿਰ ਥੋੜ੍ਹੀਆਂ ਮਿਸਟੇਕਸ ਨੇ, ਠੀਕ ਹੈ ਜੀ, ਜਾਂ ਫਿਰ ਉਹਨਾਂ ਨੂੰ ਕੀਪ ਇਟ ਅਪ ਕਹਿ ਦਿੰਦੇ ਨੇ, ਤਾਂ ਉਹ ਕੀ ਆ, ਤੁਹਾਡੀ ਫੀਡਬੈਕ ਆ, ਵੀ ਉਹਨਾਂ ਨੂੰ ਫੀਡਬੈਕ ਦੇਣੀ, ਠੀਕ ਹੈ ਜੀ। ਜੋ ਵਿਦਿਆਰਥੀ ਨੂੰ ਆਪਣੀ ਕਾਰਜਕਾਰੀ ਸੰਬੰਧੀ ਆਤਮ ਚਿੰਤਨ ਕਰਨ, ਸਲਾਹ ਲੈਣ ਅਤੇ ਇਸ ਵਿੱਚ ਸੁਧਾਰ ਕਰਨ ਦਾ ਇੱਕ ਮੌਕਾ ਦਿੱਤਾ ਜਾਂਦਾ। ਉਹਨਾਂ ਨੂੰ ਕੁਝ ਲਿਖਿਆ ਜਾਂਦਾ, ਮਤਲਬ ਕਿ ਰਿਮਾਰਕਸ ਦਿੱਤੇ ਜਾਂਦੇ ਨੇ, ਜਿਹਦੇ ਵਿੱਚ ਕੀ ਆ, ਉਹਨਾਂ ਨੂੰ ਲਿਖਿਆ ਜਾਂਦਾ ਵੀ ਤੁਸੀਂ ਆਮ ਮਿਸਟੇਕਸ ਨੇ, ਤੁਸੀਂ ਇਹਨੂੰ ਇੰਪਰੂਵਮੈਂਟ ਕਰ ਸਕਦੇ ਹੋ, ਤੁਸੀਂ ਇਹ ਚੀਜ਼ ਨੂੰ ਕਰੋ। ਤਾਂ ਅਗਰ ਬੱਚਾ ਉਹਨਾਂ ਰਿਮਾਰਕਸ ਦੇ ਉੱਤੇ ਹੀ ਕਾਪੀ ਕਰ ਲੇ, ਮਤਲਬ ਜੋ ਵੀ ਉਹਦੀਆਂ ਮਿਸਟੇਕਸ ਆ ਰਹੀਆਂ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੇ, ਤਾਂ ਓਬਵੀਅਸਲੀ ਉਹਦੀ ਜਿਹੜੀ ਪ੍ਰੋਗਰੈਸ ਕੀ ਆ, ਵੱਧਦੀ ਜਾਂਦੀ ਆ। ਕਹਿੰਦੇ ਇਸ ਵਿੱਚ ਵਿਦਿਆਰਥੀ ਮਾਪਦੰਡਾਂ ਨੂੰ ਡਿਜ਼ਾਈਨ ਕਰਨ ਤੋਂ ਲੈ ਕੇ ਸਵੈ ਜਾਂ ਸਹਿਪਾਠੀਆਂ ਦੇ ਆਕਲਨ ਕਰਨ ਤੱਕ ਆਕਲਨ ਦਾ ਇੱਕ ਜ਼ਰੂਰੀ ਅੰਗ ਵਜੋਂ ਸ਼ਾਮਲ ਹੁੰਦੇ ਹਨ। ਜੇ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਬੱਚੇ ਦਾ ਸਵੈਮਾਨ ਵਧਾਉਣ ਅਤੇ ਅਧਿਆਪਕ ਦੇ ਕੰਮ ਦੇ ਭਾਰ ਨੂੰ ਘਟਾਉਂਦੇ ਹੋਏ ਵਿਦਿਆਰਥੀਆਂ ਦੀ ਕਾਰਜਕਾਰੀਆਂ ਵਿੱਚ ਉੜਕਾਂ ਦਾ ਕਰ ਸਕਦਾ ਹੈ। ਅਧਿਆਪਕਾਂ ਅਤੇ ਸਿਖਿਆਰਥੀਆਂ ਦੋਵੇਂ ਨੂੰ ਨਿਰੰਤਰ ਫੀਡਬੈਕ ਪ੍ਰਦਾਨ ਕਰਨ ਲਈ ਨਿਰਦੇਸ਼ ਦੇ ਇੱਕ ਕੋਰਸ ਦੇ ਦੌਰਾਨ ਰਚਨਾਕਾਰੀ ਆਕਲਨ ਕੀਤਾ ਜਾਂਦਾ ਹੈ। ਇਹ ਲੈਣ ਦੇਣ ਦੀਆਂ ਪ੍ਰਕਿਰਿਆਵਾਂ ਅਤੇ ਸਿੱਖਣ ਗਤੀਵਿਧੀਆਂ ਵਿੱਚ ਢੁਕਵੀਆਂ ਤਬਦੀਲੀਆਂ ਦੇ ਸੰਬੰਧ ਵਿੱਚ ਫੈਸਲੇ ਲੈਣ ਲਈ ਵੀ ਕੀਤਾ ਜਾਂਦਾ ਹੈ। ਲਾਈਕ ਫਾਰ ਐਗਜ਼ਾਮਪਲ, ਅਗਰ ਆਪਾਂ ਬੱਚਿਆਂ ਨੂੰ ਤਾਂ ਫੀਡਬੈਕ ਦਿੰਦੇ ਹਾਂ, ਇੱਦਾਂ ਹੀ ਟੀਚਰਸ ਨੂੰ ਫੀਡਬੈਕ ਵੀ ਮਿਲਦੀ ਆ ਵੀ ਤੁਸੀਂ ਵਧੀਆ ਪੜ੍ਹਾ ਰਹੇ ਹੋ ਬੱਚਿਆਂ ਨੂੰ ਕਿ ਨਹੀਂ ਪੜ੍ਹਾ ਰਹੇ, ਕੀ ਤੁਹਾਡੇ ਵਿੱਚ ਮਤਲਬ ਕਮੀਆਂ ਆ ਰਹੀਆਂ ਨੇ, ਬੱਚੇ ਨੂੰ ਅੰਡਰਸਟੈਂਡਿੰਗ ਨਹੀਂ ਹੋ ਰਹੀ, ਬੱਚਿਆਂ ਨੂੰ ਤੁਹਾਡੀ ਹੈਂਡਰਾਈਟਿੰਗ ਸਮਝ ਨਹੀਂ ਆਉਂਦੀ, ਕੀ ਪ੍ਰੋਬਲਮਸ ਆ ਰਹੀਆਂ ਨੇ। ਅਗਰ ਟੀਚਰਸ ਵੀ ਉਹਨਾਂ ਫੀਡਬੈਕਸ ਦੇ ਉੱਤੇ ਆਪਣੀ ਕੋਈ ਮਿਹਨਤ ਕਰਦੇ ਨੇ, ਹਾਰਡ ਵਰਕ ਕਰਦੇ ਨੇ, ਤਾਂ ਓਬਵੀਅਸਲੀ ਜੋ ਉਹਨਾਂ ਦੀ ਸਕਸੈਸਫੁਲ ਵੀ ਜਾਂਦੀ ਆ। ਉਹਨਾਂ ਦੀ ਸਕਸੈਸਫੁਲ ਦਾ ਕਿੱਥੋਂ ਪਤਾ ਲੱਗਦਾ ਵੀ ਉਹ ਕੀ ਵਧੀਆ ਕਰਾ ਰਹੇ ਨੇ, ਉਹਨਾਂ ਦੇ ਬੱਚਿਆਂ ਦੀ ਰਿਪੋਰਟ ਤੋਂ। ਅਗਰ ਟੀਚਰ ਕੋਈ ਵਰਕ ਕਰਵਾ ਰਿਹਾ ਵਾ ਅਤੇ ਬੱਚਿਆਂ ਦਾ ਰਿਜ਼ਲਟ 100% ਆ ਰਿਹਾ, ਬੱਚਿਆਂ ਨੂੰ ਅੰਡਰਸਟੈਂਡਿੰਗ ਵੀ ਹੋ ਰਹੀ ਆ, ਹਰ ਇੱਕ ਚੀਜ਼ ਸਮਝ ਆ ਰਹੀ ਆ, ਤਾਂ ਇਟ ਮੀਨਸ ਜੋ ਟੀਚਰ ਹੈ ਟੀਚ ਕਰ ਰਿਹਾ ਉਹਦਾ ਰਿਜ਼ਲਟ ਕੀ ਹੈ, 100% ਆ, ਉਹ ਕੀ ਆ, ਸਕਸੈਸਫੁਲ ਆ। ਅਗਰ ਟੀਚਰਸ ਦੀ ਕੋਈ ਦਿੱਕਤ ਆ ਰਹੀ ਆ, ਬੱਚਿਆਂ ਨੂੰ ਨਹੀਂ ਸਮਝ ਆ ਰਹੀ ਕੀ ਚੀਜ਼ ਹੈ ਜਾਂ ਕੀ ਚੀਜ਼ ਨਹੀਂ ਹੈ, ਬੱਚਿਆਂ ਦਾ ਰਿਜ਼ਲਟ ਡਾਊਨ ਜਾ ਰਿਹਾ, ਤਾਂ ਉੱਥੇ ਟੀਚਰਸ ਨੂੰ ਵੀ ਕੀ ਕਰਨਾ ਪੈਂਦਾ, ਮੋਟੀਵੇਟ ਕਰਨਾ ਪੈਂਦਾ ਜਾਂ ਉਹਨਾਂ ਨੂੰ ਰਿਮਾਰਕਸ ਦੇਣੇ ਪੈਂਦੇ ਨੇ। ਸੋ ਡੈਟ ਇੱਥੇ ਦੋਨੋਂ ਚੀਜ਼ਾਂ ਇਨਕਲੂਡਡ ਹੋਣਗੀਆਂ, ਟੀਚਰਸ ਦਾ ਵੀ ਐਂਡ ਸਟੂਡੈਂਟਸ ਦਾ ਵੀ। ਰਚਨਾਕਾਰੀ ਆਕਲਨ ਦੀਆਂ ਵਿਸ਼ੇਸ਼ਤਾਵਾਂ। ਹੁਣ ਜੇ ਆਪਾਂ ਰਚਨਾਕਾਰੀ ਆਕਲਨ ਕਰਦੇ ਹਾਂ ਤਾਂ ਉਹਦੀਆਂ ਕੀ ਵਿਸ਼ੇਸ਼ਤਾਵਾਂ ਨੇ। ਕਹਿੰਦੇ ਇਹ ਨਿਦਾਨਕ ਅਤੇ ਉਪਚਾਰਾਤਮਕ ਹੈ, ਇਹ ਪ੍ਰਭਾਵਸ਼ਾਲੀ ਫੀਡਬੈਕ ਲਈ ਪ੍ਰਵਾਨ ਕਰਦਾ ਹੈ, ਇਹ ਵਿਦਿਆਰਥੀਆਂ ਦੇ ਆਪਣੇ ਸਿੱਖਣ ਵਿੱਚ ਕਿਰਿਆਸ਼ੀਲ ਸਮੂਲੀਅਤ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ, ਇਹ ਅਧਿਆਪਕਾਂ ਨੂੰ ਆਕਲਨ ਦੇ ਨਤੀਜਿਆਂ ਦਾ ਲੇਖਾ ਜੋਖਾ ਕਰਨ ਲਈ ਅਧਿਆਪਨ ਨੂੰ ਸਮਾਜਿਤ ਕਰਨ ਦੇ ਯੋਗ ਕਰਦਾ ਹੈ, ਇਹ ਵਿਦਿਆਰਥੀਆਂ ਦੀ ਪ੍ਰੇਰਨਾ ਅਤੇ ਸਵੈਮਾਨ ਤੇ ਡੂੰਘੇ ਆਕਲਨ ਪ੍ਰਭਾਵ ਦੀ ਪਹਿਚਾਣ ਕਰਦਾ ਹੈ, ਜੋ ਦੋਵੇਂ ਸਿੱਖਣ ਪ੍ਰਕਿਰਿਆ 'ਤੇ ਮਹੱਤਵਪੂਰਨ ਪ੍ਰਭਾਵ ਹਨ। ਜੋ ਚੀਜ਼ ਆਪਾਂ ਉੱਪਰ ਰੀਡ ਆਊਟ ਕੀਤੀ ਹੈ, ਸੇਮ ਚੀਜ਼ ਇਹਦੇ ਵਿੱਚ ਵੀ ਇਹੀ ਹੈ ਜੀ। ਫੀਡਬੈਕ ਦੁਆਰਾ ਬੱਚਿਆਂ ਨੂੰ ਕਿੱਦਾਂ ਦੱਸਣਾ, ਕਿਵੇਂ ਉਹਨਾਂ ਨੂੰ ਲਾਈਕ ਪਨਿਸ਼ ਦੇਣਾ ਅਗਰ ਉਹ ਨਹੀਂ ਕਰ ਰਹੇ, ਤਾਂ ਉਹ ਚੀਜ਼ ਇਹਦੇ ਵਿੱਚ ਡਿਫਾਈਨ ਕੀਤੀ ਹੋਈ ਆ, ਇਹ ਤੁਸੀਂ ਰੀਡ ਆਊਟ ਕਰ ਸਕਦੇ ਹੋ। ਹਾਂਜੀ, ਇਸ ਤੋਂ ਬਾਅਦ ਹੈਗਾ ਜੀ ਸਾਰਗ੍ਰਾਹੀ ਆਕਲਨ। ਇੱਕ ਰਚਨਾਤਮਕ ਸੀ, ਇੱਕ ਸੀ ਸਾਰਗ੍ਰਾਹੀ ਆਕਲਨ। ਸਾਰਗ੍ਰਾਹੀ ਆਕਲਨ ਦੇ ਵਿੱਚ ਉਹਨਾਂ ਨੇ ਕੀ ਚੀਜ਼ ਕਹੀ ਹੈ ਆਪਾਂ ਨੂੰ। ਕਹਿੰਦੇ ਇਹ ਸਿੱਖਣ ਦੇ ਇੱਕ ਕੋਰਸ ਦੇ ਅੰਤ ਵਿੱਚ ਕੀਤਾ ਜਾਂਦਾ ਹੈ। ਇਹ ਇੱਕ ਵਿਦਿਆਰਥੀ ਨੇ ਕੋਰਸ ਤੋਂ ਕਿੰਨਾ ਕੁਝ ਸਿੱਖਿਆ ਅਤੇ ਮਾਪਦਾ ਹੈ ਜਾਂ ਸੰਖੇਪ ਰੂਪ ਵਿੱਚ ਪੇਸ਼ ਕਰਦਾ। ਇਹ ਆਮ ਤੌਰ 'ਤੇ ਇੱਕ ਸ਼੍ਰੇਣੀਬੱਧ ਪ੍ਰੀਖਿਆ ਹੁੰਦਾ ਹੈ, ਭਾਵ ਇਸ ਨੂੰ ਕਿਸੇ ਪੈਮਾਨੇ ਜਾਂ ਗ੍ਰੇਡਾਂ ਦੇ ਸਮੂਹ ਦੇ ਅਨੁਸਾਰ ਚਿੰਨ੍ਹਿਤ ਨਹੀਂ ਕੀਤਾ ਜਾਂਦਾ। ਆਕਲਨ ਜੋ ਮੁੱਖ ਤੌਰ 'ਤੇ ਸਾਰਗ੍ਰਾਹੀ ਪ੍ਰਵਿਰਤੀ ਦਾ ਹੁੰਦਾ ਹੈ, ਆਪਣੇ ਆਪ ਹੀ ਵਿਦਿਆਰਥੀ ਦੇ ਵਾਧੇ ਅਤੇ ਵਿਕਾਸ ਦਾ ਉਚਿਤ ਮਾਪ ਪ੍ਰਾਪਤ ਨਹੀਂ ਕਰ ਸਕਦਾ। ਇਹ ਸਭ ਤੋਂ ਵਧੀਆ ਸਿਰਫ ਦਿੱਤੇ ਸਮੇਂ 'ਤੇ ਪ੍ਰਾਪਤੀ ਦੇ ਪੱਧਰ ਨੂੰ ਪ੍ਰਮਾਣਿਤ ਕਰਦਾ ਹੈ। ਪੇਪਰ ਪੈਨਸਿਲ ਪ੍ਰਕਿਰਿਆਵਾਂ ਅਸਲ ਵਿੱਚ ਆਕਲਨ ਦਾ ਇੱਕ ਵੇਲੇ ਦਾ ਢੰਗ ਹੈ ਅਤੇ ਇੱਕ ਵਿਦਿਆਰਥੀ ਦੇ ਵਿਕਾਸ ਬਾਰੇ ਫੈਸਲਾ ਲੈਣ ਲਈ ਅਤੇ ਇਸ 'ਤੇ ਵਿਆਪਕ ਤੌਰ 'ਤੇ ਨਿਰਭਰ ਕਰਨਾ ਨਵਾਇਸ਼ ਹੀ ਨਹੀਂ ਬਲਕਿ ਗੈਰ ਵਿਗਿਆਨਿਕ ਵੀ ਹੁੰਦਾ ਹੈ। ਪ੍ਰੀਖਿਆ ਦੇ ਅੰਕਾਂ 'ਤੇ ਜ਼ਿਆਦਾ ਜ਼ੋਰ ਜੋ ਸਿਰਫ ਵਿਦਿਅਕ ਪੱਖਾਂ 'ਤੇ ਕੇਂਦਰਿਤ ਕਰਦੇ ਹਨ, ਬਦਲੇ ਵਿੱਚ ਵਿਦਿਆਰਥੀਆਂ ਨੂੰ ਇਹ ਮੰਨਣ ਦੇ ਯੋਗ ਬਣਾਉਂਦੇ ਹਨ ਕਿ ਆਕਲਨ ਸਿੱਖਣ ਤੋਂ ਵੱਖਰਾ ਹੈ। ਨਤੀਜਾ ਨਿਕਲਦਾ ਹੈ ਸਿੱਖੋ ਅਤੇ ਭੁੱਲ ਜਾਓ ਦੀ ਬਿਮਾਰੀ। ਗੈਰ ਸਿਹਤਮੰਦ ਮੁਕਾਬਲੇ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ ਸਾਰਗ੍ਰਾਹੀ ਆਕਲਨ ਪ੍ਰਕਿਰਿਆ 'ਤੇ ਲੋੜ ਤੋਂ ਵੱਧ ਜ਼ੋਰ ਵੀ ਸਿਖਿਆਰਥੀਆਂ ਵਿੱਚ ਭਾਰੀ ਤਣਾਅ ਅਤੇ ਚਿੰਤਾ ਪੈਦਾ ਕਰਦਾ ਹੈ। ਹੁਣ ਸਾਰਗ੍ਰਾਹੀ ਆਕਲਨ ਦੇ ਵਿੱਚ ਉਹਨਾਂ ਨੇ ਕੀ ਚੀਜ਼ ਕਹੀ ਆ ਆਪਾਂ ਨੂੰ। ਕਹਿੰਦੇ ਜਿਹੜਾ ਸਾਰਗ੍ਰਾਹੀ ਆਕਲਨ ਆ ਉਹਦੇ ਵਿੱਚ ਇਹ ਨਹੀਂ ਹੈਗਾ, ਇਹ ਆਪਣੇ ਆਪ ਦੇ ਵਿੱਚ ਇੱਕ ਪੈਮਾਨਾ ਵਾ। ਜਿਸ ਤਰ੍ਹਾਂ ਬੱਚੇ ਕੀ ਆ ਐਗਜ਼ਾਮ ਦਿੰਦੇ ਨੇ, ਠੀਕ ਹੈ, ਉਹ ਇੰਪੋਰਟੈਂਟ ਕੁਐਸਚਨ ਯਾਦ ਕਰ ਲੈਂਦੇ ਨੇ ਅਤੇ ਬਾਅਦ ਵਿੱਚ ਭੁੱਲ ਵੀ ਜਾਂਦੇ ਨੇ ਜਾਂ ਉਹਨੂੰ ਰੱਟਾ ਮਾਰ ਲੈਂਦੇ ਨੇ, ਤਾਂ ਉਹਨਾਂ ਦੇ ਨੰਬਰ ਵਧੀਆ ਆ ਜਾਂਦੇ, ਗ੍ਰੇਡ ਵਧੀਆ ਆ ਜਾਂਦੇ ਨੇ। ਬਟ ਇਹ ਚੀਜ਼ ਨਹੀਂ ਹੈਗੀ ਵੀ ਉਹਨਾਂ ਨੂੰ ਐਨੂਅਲ ਕਿੰਨੀ ਮਤਲਬ ਨੌਲੇਜ ਹੈਗੀ ਆ, ਟੋਟਲ ਉਹਨਾਂ ਨੂੰ ਕਿੰਨੀ ਨੌਲੇਜ ਹੈਗੀ ਆ ਉਸ ਟੌਪਿਕ ਦੇ ਰਿਗਾਰਡਿੰਗ, ਕਿ ਉਹਨਾਂ ਨੇ ਜਸਟ ਰੱਟਾ ਮਾਰਿਆ ਜਾਂ ਆਪਣੇ ਮਾਰਕਸ ਲੈਤੇ ਨੇ। ਤਾਂ ਅਗਰ ਉਹਨਾਂ ਨੇ ਇਸ ਚੀਜ਼ ਨੂੰ ਕਾਪੀ ਕਰ ਰਹੇ ਨੇ, ਆਪਣੇ ਜਸਟ ਨੰਬਰ ਲੈਣੇ ਨੇ ਜਾਂ ਆਪਣਾ ਰਿਜ਼ਲਟ ਦੇਖਦੇ ਨੇ ਜਾਂ ਫਿਰ ਆਪਣੀ ਕਲਾਸ ਪਰਫੋਰਮੈਂਸ ਦੇਖਦੇ ਨੇ, ਤਾਂ ਕੀ ਆ ਸਮਟਾਈਮ ਉਹ ਤਣਾਅਪੂਰਨ ਵੀ ਆ ਜਾਂਦੇ ਨੇ ਵੀ ਸਾਡੇ ਮਾਰਕਸ ਘੱਟ ਕਿਉਂ ਆ ਰਹੇ ਨੇ। ਇਹ ਤਾਂ ਉੱਥੇ ਆਪਣੇ ਕੋਲ ਇਹ ਚੀਜ਼ ਨਹੀਂ ਐਨਾਲਾਈਜ਼ ਕਰਦੇ ਵੀ ਸਾਨੂੰ ਐਕਚੁਅਲ ਨੌਲੇਜ ਕਿੰਨੀ ਆ। ਸੋ ਜੋ ਸਾਰਗ੍ਰਾਹੀ ਆਕਲਨ ਆ ਉਹਦਾ ਕਹਿਣ ਦਾ ਮਤਲਬ ਇਹੀ ਆ ਵੀ ਬੱਚੇ ਨੂੰ ਐਕਚੁਅਲ ਨੌਲੇਜ ਦੇ ਉੱਤੇ ਡਿਪੈਂਡਡ ਹੋਣਾ ਚਾਹੀਦਾ, ਨਾਟ ਆ
जस्ट ओनली नंबरस या फिर ग्रेड सिस्टम के उत्ते। सारगाही आकलन की की विशेषता ने सीखण दा आकलन वो लर्निंग करते हैं आम तौर पर विद्यार्थियों द्वारा यूनिट या समैसटर के अंत में लिया जाता है और वो जो कुछ उन्होंने सीखा है या नहीं सीखा उसका जोड़ जिस तरह आप फाइनल पेपर कह दें बच्चों के फाइनल पेपर होंगे ने तो उही चीज़ की होंगी है सारगाही आकलन दी विशेषता ने तो एंड में ली जाती है। उस तो बाद हैगा जी सरीरक सिक्ख्या आप सारे ने पढ़ी भी है जी। सरीरक सिक्ख्या विद्यक आकलन का एक अनिखड़वां अंग है। इसका आकलन हिंदी अंग्रेजी गणित विज्ञान और समाजिक विज्ञान ਜਿਹੇ केंद्रीय विषयों के समान है। विद्यार्थियों के सरीरक सिक्ख्या का आकलन हेठां दिते सूचकों पर आधारित किया जाता है। सरीरक की तंदुरुस्ती होनी चाहिए है, पहल ते दिलचस्पी होनी चाहिए है जी, कुशलता होनी चाहिए है, खेड के नियमां की पालना, खेड की भावना। मतलब कि जो स्पोर्ट्स के विच वधिया ने तां ही की है फिट रह सकते हैं, अपनी उन्होंने बॉडी की है फिट रह सकती है। सह विद्यक आकलन हुण की है जी अपने को कहते सिख्यार्थियों के जीवन हुनर रवैया रुचियां कदरां कीमतां सह पाठक्रम गतिविधियां और सरीरक सेहत नाल संबंधित लोड़ींदे व्यवहार नूं सहविद्यक खेत्र में प्राप्त करने के हुनरां वजों दर्शाया जाता है। हुण इहदे विच हर एक चीज़ आ उहदे हुनर्स की ने, कैपेबिलिटी की आ, उहदा बिहेवियर की आ, उहदियां हैबिट्स की ने, रुचियां की ने, कदरां कीमतां की ने, करिकुलम की है, हर एक चीज़ ये की होएगी इनवॉल्व होएगी। विद्यक और सहविद्यक खेत्र नाल संबंधित उद्देश्यों की प्राप्ति विच विद्यार्थियों की प्रगति का आकलन करने की प्रक्रिया नूं व्यापक मूल्यांकन कहा जाता है। यह देखा गया है कि आम तौर पर विद्यक खेत्र के अधीन किवें के किसी विषय के तत्थां संकल्पां सिद्धांतां आदि जानकारी और समझ का आकलन किया जाता है। मतलब की है भी जो भी चीज़ वो एनालाइज करते हैं, ठीक है जी। सहविद्यक दे विच हर एक चीज़ की हो जाती है इनवॉल्वमेंट होंगी है, उस तो बाद उन्होंने एवैल्यूएट किया जाता। इस तो अगे हैगा जी ग्रेडिंग सिस्टम सानू सारिਆਂ ਨੂੰ पता ग्रेडिंग सिस्टम की है जी। ग्रेडिंग एक प्रकार है जिथे विषयां या विद्यार्थियों ਨੂੰ ਪਹਿਲਾਂ ਤੋਂ परिभाषित मापदंडों के आधार पर श्रेणीबद्ध किया जा सकता है ਅਤੇ इसका उद्देश्य गलत श्रेणीकरण ਨੂੰ घੱਟ ਤੋਂ ਘੱਟ करना है। ग्रेडिंग ਵਿੱਚ विद्यार्थियों ਨੂੰ ਉਹਨਾਂ ਦੀ ਕਾਰਜਕਾਰੀ ਅਤੇ ਕੁਸ਼ਲਤਾ ਦੇ ਆਧਾਰ ਤੇ ਕੁਝ ਯੋਗਤਾ ਸਮੂਹਾਂ ਵਿੱਚ श्रेणीबद्ध किया जाता है। इस ਵਿੱਚ विशेष चिन्ह ਜਾਂ अंकों के समूह की वरतों करना शामिल है। लाइक जिमें अपने को A ਤੋਂ ਲੈ ਕੇ E तक ग्रेडिंग करनी आ तो ग्रेडिंग का एक सिस्टम होंगे भी जे बच्चे के 90% नंबर आए हैं तो उन्होंने A+ मिलेगा, अगर बच्चे के 70% आए हैं तो उन्होंने इन्ना। तो एक स्पैसिफिक की होंगे अपने को प्रॉपर लिखा होंगे राइट डाउन किया होंगे उस दे बेस दे की होंगी अपने को ग्रेडिंग सिस्टम होंगी आ। नैक्सट हैगा जी आकलन की प्रकृति। आकलन की प्रकृति की होंगी है जिन्ना कुछ आप उपर पढ़िया सारा कुछ आ जाएगा जी। आकलन अध्यापन सीखण की कुशलता या पुष्टिकरण करके सीखण की उत्साहित करने लई सहायता प्रदान करता है। अध्यापक विद्यार्थियों दी रुचियां योग्यतावां और विद्यार्थियों तो निरंतर शमूलियत और इनपुट्स नाल सीखण प्रगति से संबंधित जानकारी द्वारा अपनियां दियां अध्यापना योजनावां नूं रीतिबद्ध कर सकते हैं। इसका उद्देश्य उस टीचे उत्ते पहुँचना है जिथे बच्चे स्वै सीखण और जागरूकता के मार्ग से अगे वधण लई हुनरां और योग्यतावां का विकास करन। मतलब कि वो अपने आप लर्निंग कर सकन, ठीक है, तो अगे अगे बढ़ सकन। क्योंकि जो मेन बेस हुंदा टीचर्स ने बच्चों का बेस बनाना हुंदा, बेस बनाने तो बाद की ग्रो अप करन लग जाते हैं, हौली हौली अपने आप अगे बढ़न लग जाते हैं, तो उही टीचर्स की ने चाहते हैं उन्हों का, ठीक है जी। इस तो बाद हैगा जी जो भी लास्ट टॉपिक है थोड़ा आकलन की प्रकृति, ये जस्ट थोड़ा जिन्ना आप उपर पढ़िया वो ही कंप्लीट थोड़ा कनक्लूजन दिता होया। तो अज के पूरे टॉपिक के विच आपां मेन चीज़ की रीड आउट की आ भी जी CCE असैसमेंट आ इहदा की बैनीफिट आ क्यों हुंदी आ ये, ठीक है जी। बच्चों को एक करनी चाहिए आ ग्रेडिंग सिस्टम की हुंदा, बच्चों के मार्क्स किद्दां हुंदे ने, की पता लगता आपां नूं। तां इदां दे क्वेश्चन अज के टॉपिक के विच आपां सारे की कीते ने रीड कीते ने। इहदी PDF मैं हुणे तुहानूं ग्रुप दे विच शेयर कर दूँगी। PDF तुसीं ग्रुप चों लै सकदे हो, प्रिंट आउट भी कढवा सकदे हो। एंड इस PDF के थोड़े कुछ MCQs क्वेश्चन भी दिते ने मैंने। MCQs क्वेश्चन तुसी हुण की है सॉल्व करने। लाइक जो फर्स्ट क्वेश्चन है की है तुहाडा CCE का पूर्ण रूप की है। हाँ जी, CCE का पूर्ण रूप की है जी कंप्लीट एंड कंपलसरी एजुकेशन, कंप्लीट एंड कंटीन्यूअस एवैल्यूएशन, कंटीन्यूअस एंड कॉम्प्रीहेंसिव एवैल्यूएशन, नन ऑफ द अबव। हुण ये तुसी देखना जी ये की है अपने को क्वेश्चन ने सॉल्व करने वाले, इन्हां दे आंसर्स भी मैं तुहानूं नाल दी नाल दे दूँगी अपने ग्रुप के तुसीं आंसर्स भी मैच कर सकते हो सॉल्व करने तो बाद क्वेश्चन। ये टोटल थोड़े क्वेश्चन ने जी MCQs क्वेश्चन ने सारे ये चैप्टर रीड करने तो बाद वीडियो देखने तो बाद तुसीं इन्हां नूं सॉल्व करना, थोड़ा ये वाला टॉपिक की हो जाएगा बिल्कुल क्लीयर हो जाएगा। तुहानूं मैं आंसर्स भी नाल प्रोवाइड कर रखे ने।
ਓਕੇ ਗਾਇਸ, ਅੱਜ ਦੀ ਵੀਡੀਓ ਦੇ ਲਈ ਇੰਨਾ ਹੀ। ਵੀਡੀਓ ਵਧੀਆ ਲੱਗੀ ਹੋਵੇ, ਕੰਟੈਂਟ ਵਧੀਆ ਲੱਗਿਆ ਹੋਵੇ ਤਾਂ ਲਾइक ज़रूर कर दियो। ਤੁਸੀਂ वॉच कर लेते हो बट लाइक नहीं करते, सो हम्बल रिक्वेस्ट है वीडियोस को लाइक कर दिया करिए। और आपको अगर कोई और भी टॉपिक चाहिए जिसके रिगार्डिंग आप मेरे से पूछना चाहते हो, ठीक है, तो वो आप कमेंट सेक्शन में मेरे को बता सकते हो, उस पर भी मैं वीडियो ज़रूर बनाऊँगी। और लास्ट बात मैं आपको ये कहना चाहती थी, अगर आपको एनटीटी के नोट्स चाहिए तो आप मेरी वीडियो देख सकते हो नोट्स वाली, तो आप मेरे को व्हाट्सअप SMS भी कर सकते हो। व्हाट्सअप नंबर मैं आपको डिस्क्रिप्शन बॉक्स में दे रही हूँ, तो आप एनटीटी के नोट्स भी ले सकते हो। एनटीटी के नोट्स में हर एक जो मटेरियल है वो अवेलेबल है, पंजाबी मीडियम में है और कुछ के नोट्स इंग्लिश मीडियम में भी बन चुके हैं। अगर आपको इंग्लिश मीडियम में भी चाहिए कुछ के नोट्स तो आप मेरे को बता सकते हो। ओके गाइस, टेक केयर, बाय बाय। आज की वीडियो के लिए इतना ही। गुड बाय, टेक केयर।